ਕਹਾਣੀ ਔਰਤ ਦਾ ਸਿਦਕ। ਗੰਗਾ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਘਰ ਵਿੱਚ ਸਾਰੇ ਭੈਣ ਭਰਾ ਤੋਂ ਛੋਟੀ ਹੋਣ ਕਾਰਨ ਗੰਗਾ ਨੂੰ ਬੇਹੱਦ ਪਿਆਰ ਮਿਲਿਆ। ਗੰਗਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਇਸ ਲਈ ਉਸਦੇ ਮਾਂ-ਬਾਪ ਨੇ ਸੋਚਿਆ ਕਿ ਅਸੀਂ ਆਪਣੀ ਬੱਚੀ ਨੂੰ ਪੜ੍ਹਾ ਲਿਖਾ ਕੇ ਚੰਗੀ ਨੌਕਰੀ ਤੇ ਲਵਾਵਾਂਗੇ। ਗੰਗਾ ਦਾ ਸੁਭਾਅ ਬਹੁਤ ਵਧੀਆ ਸੀ। ਉਹ ਬੜੀ ਸਹਿਣਸ਼ੀਲ, ਸਾਊ ਤੇ ਸਿਆਣੀ ਕੁੜੀ ਸੀ। ਬਚਪਨ ਦੀ ਦਹਲੀਜ਼ ਨੂੰ ਟੱਪ ਕੇ ਗੰਗਾ ਨੇ ਜਵਾਨੀ ਵਿੱਚ ਪੈਰ ਰੱਖਿਆ, ਕਿਉਂਕਿ ਗੰਗਾ ਬਹੁਤ ਖੂਬਸੂਰਤ ਸੀ। ਹਰ ਕਿਸੇ ਦੀ ਨਜ਼ਰ ਗੰਗਾ ਤੇ ਟਿਕ ਜਾਂਦੀ, ਪਰ ਗੰਗਾ ਨੇ ਕਦੇ ਅੱਖ ਚੁੱਕ ਕੇ ਕਿਸੇ ਵੱਲ ਨਹੀਂ ਤੱਕਿਆ। ਉਸਨੇ ਗਰੀਬੀ ਦੇਖੀ ਸੀ ਤੇ ਉਹ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ। ਗੰਗਾ ਨੇ ਖੂਬ ਮਿਹਨਤ ਕੀਤੀ ਤੇ ਇੱਕ ਦਿਨ ਗੰਗਾ ਦੀ ਮਿਹਨਤ ਅਤੇ ਮਾਂ-ਬਾਪ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਗੰਗਾ ਨੂੰ ਸਰਕਾਰੀ ਨੌਕਰੀ ਮਿਲ ਗਈ। ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਹੁਣ ਉਹ ਬਹੁਤ ਖੁਸ਼ ਸਨ। ਗੰਗਾ ਨੂੰ ਬਹੁਤ ਸਾਰੇ ਰਿਸ਼ਤੇ ਆਉਣ ਲੱਗੇ। ਆਖਰ ਗੰਗਾ ਦੇ ਮਾਤਾ-ਪਿਤਾ ਨੇ ਉਸ ਦਾ ਰਿਸ਼ਤਾ ਮਨੋਜ ਨਾਮ ਦੇ ਲੜਕੇ ਨਾਲ ਪੱਕਾ ਕਰ ਦਿੱਤਾ। ਮਨੋਜ ਵੀ ਸਰਕਾਰੀ ਨੌਕਰੀ ਕਰਦਾ ਸੀ ਤੇ ਘਰੋਂ ਬਹੁਤ ਅਮੀਰ ਸੀ। ਹੁਣ ਬੜੇ ਚਾਵਾਂ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ। ਗੰਗਾ ਦੇ ਮਿੱਠੇ ਤੇ ਪਿਆਰੇ ਸੁਭਾਅ ਨੇ ਸਹੁਰਿਆਂ ਦਾ ਮਨ ਮੋਹ ਲਿਆ ਤੇ ਉਹ ਕੁਝ ਹੀ ਦਿਨਾਂ ਵਿੱਚ ਸਹੁਰਿਆਂ ਦੀ ਲਾਡਲੀ ਨੂੰਹ ਬਣ ਗਈ। ਸਾਰੇ ਬਹੁਤ ਖੁਸ਼ ਸਨ। ਮਨੋਜ ਵੀ ਗੰਗਾ ਨੂੰ ਬਹੁਤ ਪਿਆਰ ਕਰਦਾ ਸੀ। ਉਹਨਾਂ ਦੇ ਪਰਿਵਾਰ ਦਾ ਪਿਆਰ ਦੇਖ ਕੇ ਲੋਕ ਗੱਲਾਂ ਕਰਦੇ ਸਨ ਕਿ ਏਦਾਂ ਦੀ ਨੂੰਹ ਹੋਵੇ ਤਾਂ ਪਰਿਵਾਰ ਕਦੇ ਨਾ ਟੁੱਟਣ। ਵਿਆਹ ਨੂੰ 2 ਸਾਲ ਹੋ ਗਏ ਤੇ ਹੁਣ ਪ੍ਰਮਾਤਮਾ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ। ਉਹਨਾਂ ਦੇ ਘਰ ਖੁਸ਼ਹਾਲੀ ਹੀ ਖੁਸ਼ਹਾਲੀ ਸੀ। ਹੁਣ ਗੰਗਾ ਆਪਣੇ ਪੁੱਤਰ ਗੁਰਦਿੱਤ ਨਾਲ ਸਾਰਾ ਦਿਨ ਵਿਅਸਤ ਰਹਿੰਦੀ। ਗੰਗਾ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਕੁਝ ਢਿੱਲੀ ਰਹਿਣ ਲੱਗੀ। ਗੰਗਾ ਦਾ ਪੁੱਤਰ ਹੁਣ 3 ਸਾਲ ਦਾ ਹੋ ਚੁੱਕਿਆ ਸੀ। ਮਨੋਜ ਨੂੰ ਵੀ ਇੰਜ ਲੱਗਦਾ ਕਿ ਗੰਗਾ ਹੁਣ ਆਪਣੇ ਪੁੱਤਰ ਦੇ ਮੋਹ ਵਿੱਚ ਉਸ ਨੂੰ ਸਮਾਂ ਨਹੀਂ ਦਿੰਦੀ, ਪਰ ਗੰਗਾ ਵਿਚਾਰੀ ਤਾਂ ਸਾਰਾ ਦਿਨ ਕਦੇ ਨੌਕਰੀ, ਕਦੇ ਘਰ ਦਾ ਕੰਮ ਅਤੇ ਬੱਚੇ ਦੀ ਦੇਖਭਾਲ ਵਿੱਚ ਰੁੱਝ ਜਿਹੀ ਗਈ। ਗੰਗਾ ਨੇ ਮਨੋਜ ਨੂੰ ਕਈ ਵਾਰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਮੈਂ ਡਾਕਟਰ ਨੂੰ ਦਿਖਾਉਣਾ ਹੈ, ਪਰ ਮਨੋਜ ਹਰ ਵਾਰ ਅਣਸੁਣਿਆ ਕਰ ਦਿੰਦਾ, ਜਿਵੇਂ ਉਹਨਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਮਨੋਜ ਬਹੁਤ ਬਦਲ ਗਿਆ ਸੀ। ਉਸ ਦਾ ਧਿਆਨ ਹੁਣ ਗੰਗਾ ਵਿੱਚ ਨਹੀਂ ਸੀ। ਗੰਗਾ ਨੇ ਇਹ ਗੱਲ ਆਪਣੀ ਸੱਸ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਕੰਮਕਾਰ ਦੇ ਚੱਕਰ 'ਚ ਰਹਿੰਦਾ ਹੈ, ਹੋਰ ਕੋਈ ਗੱਲ ਨਹੀਂ। ਇੱਕ ਦਿਨ ਗੰਗਾ ਨੂੰ ਕਿਸੇ ਔਰਤ ਨੇ ਕਿਹਾ ਕਿ ਮਨੋਜ ਦੀ ਗੱਡੀ 'ਚ ਉਸਨੇ ਕਿਸੇ ਕੁੜੀ ਨੂੰ ਬੈਠੇ ਦੇਖਿਆ। ਗੰਗਾ ਨੇ ਕਿਹਾ ਕਿ ਹੋ ਸਕਦਾ ਉਹਨਾਂ ਦੇ ਆਫਿਸ ਦੀ ਕੋਈ ਸਾਥੀ ਕਰਮਚਾਰੀ ਹੋਵੇ। ਗੰਗਾ ਬਹੁਤ ਸਿਆਣੀ ਕੁੜੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਰਿਸ਼ਤੇ 'ਚ ਦੂਰੀ ਪੈ ਰਹੀ ਹੈ। ਉਸਨੇ ਮਨੋਜ ਨੂੰ ਕਿਹਾ ਕਿ ਆਪਾਂ ਘਰ ਦੇ ਕੰਮ ਲਈ ਨੌਕਰਾਨੀ ਰੱਖ ਲਈਏ, ਮੇਰਾ ਥੋੜਾ ਸਮਾਂ ਬਚ ਜਾਇਆ ਕਰੂ ਤੇ ਕਿਉਂ ਨਾ ਆਪਾਂ ਛੁੱਟੀ ਲੈ ਕੇ ਕੁਝ ਦਿਨ ਬਾਹਰ ਘੁੰਮਣ ਚੱਲੀਏ। ਮੈਨੂੰ ਲੱਗਦਾ ਕਿ ਤੁਸੀਂ ਅੱਜਕੱਲ ਖੁਸ਼ ਨਹੀਂ ਰਹਿੰਦੇ। ਮਨੋਜ ਨੇ ਉਸ ਨੂੰ ਖਿੱਚ ਕੇ ਕਿਹਾ ਕਿ ਫਾਲਤੂ ਗੱਲਾਂ ਲਈ ਮੇਰੇ ਕੋਲ ਟਾਈਮ ਨਹੀਂ ਹੈ। ਹੁਣ ਮਨੋਜ ਨਿੱਕੀ ਨਿੱਕੀ ਗੱਲ ਤੇ ਗੰਗਾ ਨੂੰ ਗੁੱਸੇ ਹੁੰਦਾ। ਹੁਣ ਤਾਂ ਮਨੋਜ ਗੰਗਾ ਤੇ ਸ਼ੱਕ ਵੀ ਕਰਨ ਲੱਗਾ ਸੀ। ਗੰਗਾ ਜਲ ਵਾਂਗ ਪਵਿੱਤਰ ਸੀ। ਉਹ ਮਨੋਜ ਦੇ ਐਸੇ ਵਰਤਾਓ ਕਰਕੇ ਸਾਰੀ ਰਾਤ ਰੋਂਦੀ ਰਹਿੰਦੀ। ਮਨੋਜ ਨੇ ਗੰਗਾ ਦਾ ਨਾਮ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਗੰਗਾ ਸਭ ਕੁਝ ਬਰਦਾਸ਼ਤ ਕਰਦੀ ਰਹੀ। ਉਸਨੇ ਨਾ ਮਾਪਿਆਂ ਨੂੰ ਇਹਨਾਂ ਗੱਲਾਂ ਬਾਰੇ ਦੱਸਿਆ ਤੇ ਨਾ ਸਹੁਰਿਆਂ ਨੂੰ, ਕਿਉਂਕਿ ਉਹ ਕਿਸੇ ਦੀ ਨਜ਼ਰ 'ਚ ਮਨੋਜ ਨੂੰ ਗਿਰਾਣਾ ਨਹੀਂ ਚਾਹੁੰਦੀ ਸੀ। ਹੁਣ ਉਹਨਾਂ ਵਿੱਚ ਝਗੜੇ ਵਧਣ ਲੱਗੇ। ਮਨੋਜ ਆਪਣਾ ਫੋਨ ਹਮੇਸ਼ਾ ਗੰਗਾ ਤੋਂ ਲੁਕੋ ਕੇ ਰੱਖਦਾ। ਗੰਗਾ ਜਦੋਂ ਵੀ ਉਸਦਾ ਫੋਨ ਮੰਗਦੀ ਤਾਂ ਉਹ ਝਗੜਾ ਸ਼ੁਰੂ ਕਰ ਦਿੰਦਾ। ਲੇਕਿਨ ਗੰਗਾ ਇੰਨੀ ਸੰਸਕਾਰੀ ਤੇ ਸਮਝਦਾਰ ਕੁੜੀ ਸੀ, ਉਸਨੇ ਕਿਸੇ ਨੂੰ ਭਣਕ ਤੱਕ ਨਾ ਲੱਗਣ ਦਿੱਤੀ ਕਿ ਉਹਨਾਂ ਦਾ ਰਿਸ਼ਤਾ ਇੰਨਾ ਖਰਾਬ ਹੋ ਚੁੱਕਾ ਹੈ। ਉਹ ਸਵੇਰੇ ਸ਼ਾਮ ਪਾਠ ਕਰਦੀ ਤੇ ਅਰਦਾਸ ਕਰਦੀ ਕਿ ਵਾਹਿਗੁਰੂ ਜੀ ਸਭ ਠੀਕ ਹੋ ਜਾਵੇ। ਇੱਕ ਦਿਨ ਗੰਗਾ ਨੇ ਮਨੋਜ ਨੂੰ ਕਿਹਾ ਕਿ ਮਨੋਜ, ਕੀ ਗੱਲ ਹੈ? ਮੇਰੀ ਕੀ ਗਲਤੀ ਹੈ? ਕਿੱਥੇ ਮੇਰੇ ਪਿਆਰ ਵਿੱਚ ਕਮੀ ਹੈ? ਕਿਉਂ ਤੁਸੀਂ ਮੇਰੇ ਨਾਲ ਓਪਰਿਆ ਜਿਹਾ ਵਰਤਾਓ ਕਰਦੇ ਹੋ? ਪਰ ਮਨੋਜ ਤਾਂ ਗੰਗਾ ਨੂੰ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ। ਇੱਕ ਦਿਨ ਗੰਗਾ ਦੀ ਸਹੇਲੀ ਨੇ ਉਸ ਨੂੰ ਕਿਹਾ, ਗੰਗਾ, ਕੀ ਗੱਲ ਹੈ? ਤੂੰ ਬਹੁਤ ਕਮਜ਼ੋਰ ਲੱਗਦੀ ਹੈ। ਤੇਰੇ ਹਰ ਵੇਲੇ ਤੇਰੇ ਚਿਹਰੇ ਤੇ
ਉਦਾਸੀ ਰਹਿੰਦੀ ਹੈ। ਮੈਨੂੰ ਦੱਸ ਕੀ ਗੱਲ ਹੈ? ਗੰਗਾ ਨੇ ਕਿਹਾ, ਨਹੀਂ ਕੋਈ ਗੱਲ ਨਹੀਂ, ਤੈਨੂੰ ਵੈਸੇ ਹੀ ਲੱਗ ਰਿਹਾ ਹੈ। ਉਸਦੀ ਸਹੇਲੀ ਸੀਰਤ ਨੇ ਕਿਹਾ, ਨਹੀਂ ਤੂੰ ਕੁਝ ਛਿਪਾ ਰਹੀ ਹੈ, ਮੈਨੂੰ ਦੱਸ ਕੀ ਗੱਲ ਹੈ। ਗੰਗਾ ਫੁੱਟ ਕੇ ਰੋਣ ਲੱਗੀ ਤੇ ਉਸਨੇ ਆਪਣੇ ਮਨੋਜ ਦੇ ਰਿਸ਼ਤੇ ਵਿੱਚ ਆਈ ਦੂਰੀ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਮਨੋਜ ਮੇਰੇ ਤੇ ਸ਼ੱਕ ਕਰਦਾ ਹੈ। ਸੀਰਤ ਨੂੰ ਬੜਾ ਦੁੱਖ ਹੋਇਆ ਤੇ ਸੀਰਤ ਬਹੁਤ ਗੁੱਸੇ ਵੀ ਹੋਈ। ਉਸਨੇ ਗੰਗਾ ਨੂੰ ਕਿਹਾ, ਗੰਗਾ ਤੂੰ ਇਹ ਸਭ ਕਿਉਂ ਬਰਦਾਸ਼ਤ ਕਰ ਰਹੀ ਹੈ? ਤੂੰ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਨੌਕਰੀ ਕਰਦੀ ਲੜਕੀ ਆ ਤੇ ਤੂੰ ਕਿਉਂ ਨਹੀਂ ਬਗਾਵਤ ਕਰਦੀ? ਤੂੰ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸ, ਨਹੀਂ ਤਾਂ ਮੈਂ ਮਨੋਜ ਨੂੰ ਪੁੱਛਦੀ ਹਾਂ ਕਿ ਉਹ ਕੌਣ ਹੁੰਦਾ ਹੈ, ਮੇਰੀ ਭੋਲੀ ਭਾਲੀ ਸਹੇਲੀ ਤੇ ਸ਼ੱਕ ਕਰਨ ਵਾਲਾ। ਗੰਗਾ ਕਹਿੰਦੀ ਹੈ, ਨਹੀਂ ਨਹੀਂ ਸੀਰਤ, ਤੂੰ ਇੰਜ ਨਾ ਕਰੀ, ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ ਹੈ, ਮੈਨੂੰ ਰੱਬ ਤੇ ਭਰੋਸਾ ਹੈ। ਸੀਰਤ ਨੇ ਕਿਹਾ, ਰੱਬ ਤੇ ਭਰੋਸਾ ਰੱਖੋ ਪਰ ਖੁਦ ਵੀ ਕੁਝ ਕਰੋ। ਤੈਨੂੰ ਮਨੋਜ ਦਾ ਫੋਨ ਚੈੱਕ ਕਰਨਾ ਚਾਹੀਦਾ ਹੈ, ਤੇਰਾ ਹੱਕ ਬਣਦਾ ਹੈ, ਉਸਦੀ ਪਤਨੀ ਹੈ ਤੂੰ। ਗੰਗਾ ਕਹਿੰਦੀ, ਸੀਰਤ ਮੈਂ ਮਨੋਜ ਨੂੰ ਬੇਹੱਦ ਪਿਆਰ ਕਰਦੀ ਹਾਂ, ਮੈਨੂੰ ਪਤਾ ਹੈ ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ ਹੈ। ਅੱਜ ਦਫ਼ਤਰ ਤੋਂ ਘਰ ਜਾਂਦੇ ਹੋਏ ਗੰਗਾ ਕਦੇ ਸੀਰਤ ਦੀਆਂ ਕਈਆਂ ਗੱਲਾਂ ਬਾਰੇ ਸੋਚੇ ਤੇ ਕਦੇ ਉਸ ਔਰਤ ਬਾਰੇ ਜਿਸਨੇ ਗੰਗਾ ਨਾਲ ਉਸ ਕੁੜੀ ਬਾਰੇ ਗੱਲ ਕੀਤੀ ਸੀ। ਗੰਗਾ ਸੋਚਣ ਲੱਗੀ ਕਿ ਕਿਧਰੇ ਮਨੋਜ ਦਾ ਕਿਸੇ ਹੋਰ ਨਾਲ ਨਹੀਂ ਇੰਜ ਕਿਵੇਂ ਹੋ ਸਕਦਾ ਹੈ? ਮੈਂ ਮਨੋਜ ਨੂੰ ਹੱਦ ਤੋਂ ਵੱਧ ਪਿਆਰ ਕਰਦੀ ਹਾਂ ਤੇ ਸਾਡਾ ਪੁੱਤਰ ਗੁਰਦਿੱਤ, ਉਹ ਵੀ ਆਪਣੇ ਪਾਪਾ ਨੂੰ ਨਹੀਂ, ਮੇਰਾ ਮਨੋਜ ਸਿਰਫ ਮੇਰਾ ਹੈ। ਇਹ ਸੋਚਦੀ ਉਹ ਘਰ ਪਹੁੰਚ ਗਈ। ਦੂਸਰੇ ਦਿਨ ਦੀ ਸਵੇਰ ਮਨੋਜ ਸੋ ਰਿਹਾ ਸੀ ਤੇ ਅਚਾਨਕ ਗੰਗਾ ਦੀ ਨਜ਼ਰ ਉਸਦੇ ਫੋਨ ਤੇ ਪਈ। ਉਹ ਹੱਸ ਪਈ ਤੇ ਬੋਲੀ, ਅੱਜ ਜਨਾਬ ਆਪਣਾ ਫੋਨ ਛੁਪਾਣਾ ਭੁੱਲ ਗਏ। ਪਰ ਉਸਨੂੰ ਕੀ ਪਤਾ ਸੀ ਕਿ ਅੱਜ ਪਰਮਾਤਮਾ ਨੇ ਉਸਨੂੰ ਮੌਕਾ ਦਿੱਤਾ ਹੈ ਮਨੋਜ ਦੀ ਅਸਲੀਅਤ ਜਾਣਨ ਦਾ। ਗੰਗਾ ਨੇ ਮਨੋਜ ਦਾ ਫੋਨ ਚੁੱਕਿਆ। ਉਸਨੇ ਦੇਖਿਆ ਕਿ WhatsApp ਤੇ ਬਹੁਤ ਮੈਸੇਜ ਆਏ ਹੋਏ ਸਨ। ਉਸਨੇ ਜਿਵੇਂ ਹੀ WhatsApp ਦੇਖਿਆ ਤੇ ਸਿੰਮੀ, ਜੋ ਕਿ ਮਨੋਜ ਦੇ ਆਫਿਸ ਵਿੱਚ ਉਸਦੀ ਜੂਨੀਅਰ ਸੀ, ਦੇ ਬਹੁਤ ਸਾਰੇ ਮੈਸੇਜ ਆਏ, ਜਿਨ੍ਹਾਂ ਨੂੰ ਪੜ੍ਹ ਕੇ ਗੰਗਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਨੋਜ ਸਿੰਮੀ ਨਾਲ ਹਰ ਹੱਦ ਪਾਰ ਕਰ ਚੁੱਕਾ ਸੀ। ਗੰਗਾ ਵਿਚਾਰੀ ਹੁਣ ਤਾਹਾਂ ਮਾਰ ਕੇ ਰੋ ਰਹੀ ਸੀ। ਜਿਸ ਪਤੀ ਤੇ ਉਸਨੇ ਇੰਨਾ ਵਿਸ਼ਵਾਸ ਕੀਤਾ, ਇੰਨਾ ਪਿਆਰ ਕੀਤਾ, ਉਸਨੇ ਇਹ ਨਤੀਜਾ ਦਿੱਤਾ। ਗੰਗਾ ਨੇ ਹਿੰਮਤ ਕਰਕੇ ਉਹਨਾਂ ਦੇ ਮੈਸੇਜ ਦੀਆਂ ਕੁਝ ਫੋਟੋਆਂ ਆਪਣੇ ਫੋਨ ਤੇ ਖਿੱਚ ਲਈਆਂ, ਪਰ ਗੰਗਾ ਦੀ ਹਾਲਤ ਹੁਣ ਬਿਨ ਪਾਣੀ ਤੋਂ ਮਛਲੀ ਵਾਂਗ ਹੋ ਗਈ ਸੀ। ਉਹ ਤੜਫ ਰਹੀ ਸੀ, ਲੇਕਿਨ ਰੌਲਾ ਪਾ ਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੁੰਦੀ ਸੀ। ਇੰਨੇ ਨੂੰ ਮਨੋਜ ਨੂੰ ਜਾਗ ਆ ਗਈ ਤੇ ਉਹ ਆਪਣਾ ਫੋਨ ਲੱਭਣ ਲੱਗ ਗਿਆ ਤੇ ਉੱਚੀ ਗੰਗਾ ਨੂੰ ਬੋਲਣ ਲੱਗਾ। ਗੰਗਾ ਨੇ ਫੋਨ ਉਸ ਅੱਗੇ ਸੁੱਟਿਆ ਤੇ ਮਨੋਜ ਦਾ ਗਲਾ ਘੁੱਟ ਕੇ ਰੋਣ ਲੱਗੀ। ਉਹ ਮੂੰਹ ਚੋਂ ਕੋਈ ਸ਼ਬਦ ਨਹੀਂ ਬੋਲੀ, ਉਹ ਬੇਹੋਸ਼ ਹੋ ਗਈ। ਉਸਦੀ ਸੱਸ ਆਪਣੇ ਕਮਰੇ ਚੋਂ ਭੱਜੀ ਆਈ ਤੇ ਉਸਨੇ ਪਾਣੀ ਦੇ ਛਿੱਟੇ ਮਾਰੇ। ਗੰਗਾ ਨੂੰ ਹੋਸ਼ ਚ ਲਿਆਂਦਾ ਤੇ ਪੁੱਛਿਆ, ਕੀ ਗੱਲ ਹੈ? ਪਰ ਗੰਗਾ ਆਪਣੇ ਰੋਂਦੇ ਪੁੱਤ ਨੂੰ ਆਪਣੇ ਸੀਨੇ ਨਾਲ ਲਗਾ ਕੇ ਉੱਚੀ ਰੋਣ ਲੱਗੀ। ਉਸਨੇ ਆਪਣੀ ਸੱਸ ਨੂੰ ਕੁਝ ਨਹੀਂ ਦੱਸਿਆ। ਥੋੜੀ ਦੇਰ ਬਾਅਦ ਉਹ ਡਿਊਟੀ ਚਲੀ ਗਈ। ਉਹ ਪੂਰੇ ਰਸਤੇ 'ਚ ਰੋਂਦੀ ਰਹੀ। ਬੱਸ 'ਚ ਬੈਠੀਆਂ ਕਈ ਸਵਾਰੀਆਂ ਉਸ ਵੱਲ ਵੇਖ ਰਹੀਆਂ ਸਨ, ਪਰ ਗੰਗਾ ਦੇ ਹੰਝੂ ਥਮਨ ਦਾ ਨਾਮ ਨਹੀਂ ਲੈ ਰਹੇ ਸਨ। ਗੰਗਾ ਆਪਣੇ ਦਫ਼ਤਰ ਪਹੁੰਚ ਗਈ ਤੇ ਆਪਣੇ ਕਮਰੇ 'ਚ ਬੈਠ ਕੇ ਉਹਨਾਂ ਗੱਲਾਂ ਬਾਰੇ ਸੋਚਦੀ ਰਹੀ ਕਿ ਮੇਰੇ 'ਚ ਕੀ ਕਮੀ ਸੀ, ਕਿਉਂ ਮਨੋਜ ਸਿੰਮੀ ਦੇ ਇੰਨਾ ਕਰੀਬ ਹੋ ਗਿਆ। ਮਨੋਜ ਇਸ ਲਈ ਹੀ ਮੇਰੇ ਤੋਂ ਨਫ਼ਰਤ ਕਰਨ ਲੱਗਾ ਸੀ ਕਿ ਸਾਰੇ ਪਤਨੀ ਵਾਲੇ ਹੱਕ ਤਾਂ ਸਿੰਮੀ ਨੇ ਲੈ ਲਏ ਸੀ। ਮਨੋਜ ਇਸ ਹੱਦ ਤੱਕ ਗਿਰ ਗਿਆ। ਉਹ ਸੋਚੀ ਜਾਂਦੀ ਸੀ ਤੇ ਰੋਈ ਜਾਂਦੀ ਸੀ। ਦਫ਼ਤਰ ਵਿੱਚ ਅੱਜ ਸਭ ਦੇਖ ਰਹੇ ਸੀ ਕਿ ਗੰਗਾ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲੀ। ਅੱਜ ਸੀਰਤ ਵੀ ਛੁੱਟੀ ਤੇ ਸੀ। ਗੰਗਾ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਾਨ ਦੇ ਦੇਵੇਗੀ। ਉਸਨੂੰ ਜੀ ਕੇ ਕੀ ਕਰਨਾ ਹੈ? ਉਸਦਾ ਪਤੀ, ਉਸਦਾ ਪਿਆਰ ਉਸ ਤੋਂ ਖੁੱਸ ਗਿਆ ਹੈ। ਉਸਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਮਨੋਜ ਵੱਲੋਂ ਦਿੱਤੇ ਧੋਖੇ ਬਾਰੇ ਲਿਖਿਆ ਤੇ ਆਪਣੇ ਬੇਟੇ ਗੁਰਦਿੱਤ ਨੂੰ ਆਪਣੀ ਜਮਾ ਪੂੰਜੀ ਦਾ ਵਾਰਿਸ ਬਣਾਇਆ। ਗੰਗਾ ਅੱਜ ਘਰੋਂ ਤੁਰਨ ਲੱਗੇ ਡਰਮ 'ਚੋਂ ਗੋਲੀਆਂ ਕੱਢ ਲਿਆਈ ਸੀ। ਉਹ ਹੁਣ ਜੀਣਾ ਨਹੀਂ ਚਾਹੁੰਦੀ ਸੀ। ਉਸਨੇ ਚਿੱਠੀ ਲਿਖ ਕੇ ਬੈਗ ਵਿੱਚ ਪਾਈ ਤੇ ਗੋਲੀਆਂ ਹੱਥ ਵਿੱਚ ਰੱਖ ਪਾਣੀ ਦੀ ਬੋਤਲ ਖੋਲਣ ਲੱਗੀ ਕਿ ਇੰਨੇ ਨੂੰ ਉਸਦਾ ਫੋਨ ਵੱਜ ਗਿਆ। ਫੋਨ ਉਸਦੀ ਸੱਸ ਦਾ ਸੀ ਤੇ ਜਦੋਂ ਉਸਨੇ ਫੋਨ ਓਕੇ ਕੀਤਾ ਤਾਂ
ਉਸਦਾ ਬੇਟਾ ਤੋਤਲੀ ਆਵਾਜ਼ 'ਚ ਬੋਲਿਆ, ਮੰਮੀ ਜੀ ਤੁਸੀਂ ਅੱਜ ਜਲਦੀ ਆ ਜਾਇਓ। ਮੰਮੀ ਮੈਂ ਤੁਹਾਡੇ ਨਾਲ ਬਹੁਤ ਖੇਲਣਾ ਹੈ। ਮੰਮੀ ਤੁਸੀਂ ਜਲਦੀ ਆ ਜਾਇਓ ਬਸ। ਇਹ ਸੁਣ ਕੇ ਗੰਗਾ ਦਾ ਦਿਲ ਤੜਪ ਉੱਠਿਆ। ਉਸਨੂੰ ਮਹਿਸੂਸ ਹੋਇਆ ਕਿ ਮਨੋਜ ਦੇ ਖਾਤਰ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਬਿਲਕਦੇ ਹੋਏ ਕਿਵੇਂ ਮੌਤ ਨੂੰ ਗਲੇ ਲਗਾ ਸਕਦੀ ਹਾਂ। ਹੁਣ ਉਸਦੇ ਅਥਰੂਆਂ ਨੇ ਗੁੱਸੇ ਦਾ ਰੂਪ ਲੈ ਲਿਆ ਤੇ ਉਸਦਾ ਮਨ ਕੀਤਾ ਕਿ ਮੈਂ ਸਿੰਮੀ ਅਤੇ ਮਨੋਜ ਐਸੀ ਸਜ਼ਾ ਦੇਵਾਂ ਕਿ ਮੁੜ ਕੀ ਕੋਈ ਭੋਲੀ ਭਾਲੀ ਔਰਤ ਦੇ ਪਿਆਰ ਅਤੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰ ਸਕੇ। ਉਸਨੇ ਮਨੋਜ ਨੂੰ ਫੋਨ ਕੀਤਾ ਤੇ ਕਿਹਾ ਕਿ ਤੂੰ ਅੱਜ ਤੋਂ ਮੇਰੇ ਲਈ ਮਰ ਚੁੱਕਾ ਹੈ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਮਨੋਜ ਨੇ ਕਿਹਾ, ਗੰਗਾ ਤੈਨੂੰ ਗਲਤਫਹਿਮੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਗੰਗਾ ਨੇ ਕਿਹਾ, ਮੂੰਹ ਬੰਦ ਰੱਖ। ਮਨੋਜ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਮਨੋਜ ਨੇ ਕਿਹਾ, ਨਹੀਂ ਉਹ ਮੈਸੇਜ ਮੇਰੇ ਨਹੀਂ ਸੀ, ਉਹ ਤਾਂ ਮੇਰੇ ਦੋਸਤ ਦੇ ਸੀ। ਗੰਗਾ ਨੇ ਕਿਹਾ, ਮਨੋਜ ਮੈਨੂੰ ਹੋਰ ਮੂਰਖ ਨਾ ਬਣਾਓ। ਗੰਗਾ ਨੇ ਫੋਨ ਕੱਟ ਦਿੱਤਾ। ਹੁਣ ਗੰਗਾ ਨੇ ਸਿੰਮੀ ਨੂੰ ਫੋਨ ਕੀਤਾ ਪਰ ਉਸਨੇ ਗੰਗਾ ਦਾ ਫੋਨ ਨਹੀਂ ਚੁੱਕਿਆ। ਗੰਗਾ ਦਾ ਬਾਰ-ਬਾਰ ਫੋਨ ਕਰਨ ਤੇ ਸਿੰਮੀ ਨੇ ਫੋਨ ਚੁੱਕ ਲਿਆ। ਇਸ ਤੋਂ ਪਹਿਲਾਂ ਕਿ ਗੰਗਾ ਉਸਨੂੰ ਕੁਝ ਕਹਿੰਦੀ, ਸਿੰਮੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜੇ ਤੈਨੂੰ ਸਾਡੇ ਬਾਰੇ ਪਤਾ ਲੱਗ ਹੀ ਗਿਆ ਹੈ ਤਾਂ ਤੂੰ ਜੋ ਕਰਨਾ ਹੈ ਕਰ ਲੈ, ਮੈਂ ਵੀ ਤੇਰੇ ਪਤੀ ਦਾ ਚੰਗਾ ਜਲੂਸ ਕੱਢ ਦਵਾਂਗੀ। ਗੰਗਾ ਨੇ ਕਿਹਾ, ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ਕਿ ਤੂੰ ਕੁਵਾਰੀ ਸੀ ਤੇ ਤੈਨੂੰ ਮਨੋਜ ਬਾਰੇ ਤਾਂ ਪਤਾ ਹੀ ਸੀ ਤੇ ਮੈਂ ਵੀ ਤੈਨੂੰ ਕਿੰਨੀ ਵਾਰ ਮਿਲੀ ਆ, ਫਿਰ ਤੂੰ ਏਦਾਂ ਕਿਉਂ ਕੀਤਾ? ਉਸਨੇ ਕਿਹਾ ਕਿ ਤੇਰੇ ਪਤੀ ਦੀ ਤੇਰੇ ਤੋਂ ਸੰਤੁਸ਼ਟੀ ਨਹੀਂ ਸੀ ਹੁੰਦੀ। ਗੰਗਾ ਨੇ ਫੋਨ ਕੱਟ ਦਿੱਤਾ। ਛੁੱਟੀ ਹੋਣ ਤੇ ਗੰਗਾ ਘਰ ਚਲੀ ਗਈ ਪਰ ਗੰਗਾ ਦੀਆਂ ਅੱਖਾਂ 'ਚੋਂ ਅਥਰੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਗੰਗਾ ਨੇ ਸੋਚਿਆ, ਮੈਂ ਮਨੋਜ ਤੋਂ ਤਲਾਕ ਲੈ ਲਵਾਂਗੀ, ਫਿਰ ਇਹ ਜੋ ਮਰਜ਼ੀ ਕਰੇ, ਲੇਕਿਨ ਹੁਣ ਇਸ ਦਰਿੰਦੇ ਨੂੰ ਮੈਂ ਆਪਣੇ ਨਾਲ ਬਰਦਾਸ਼ਤ ਨਹੀਂ ਕਰ ਸਕਦੀ। ਪਰ ਗੰਗਾ ਬਹੁਤ ਸੰਸਕਾਰੀ ਸੀ। ਜਿੱਥੇ ਉਸਨੂੰ ਮਾਪਿਆਂ ਦੇ ਦਿਲ ਨੂੰ ਲੱਗਣ ਵਾਲੀ ਠੇਸ ਦਾ ਫਿਕਰ ਸੀ, ਉੱਥੇ ਉਸਨੂੰ ਸਹੁਰਿਆਂ ਦੀ ਬੇਇੱਜ਼ਤੀ ਦਾ ਵੀ ਖਿਆਲ ਸੀ। ਉਹ ਸਾਰੀ ਰਾਤ ਸੋਚਦੀ ਰਹੀ। ਅੱਜ ਮਨੋਜ ਦੂਸਰੇ ਕਮਰੇ ਵਿੱਚ ਸੋ ਗਿਆ ਸੀ। ਗੰਗਾ ਸੋਚਦੀ ਰਹੀ ਕਿ ਜੇ ਮੈਂ ਤਲਾਕ ਲੈਣੀ ਹਾਂ ਤੇ ਮਨੋਜ ਦੀ ਬਦਨਾਮੀ ਹੋ ਜਾਣੀ ਹੈ ਤੇ ਪਿੰਡ 'ਚ ਮੇਰੇ ਸਹੁਰਾ ਸਾਹਿਬ ਦੀ ਵੀ ਕੀ ਇੱਜ਼ਤ ਰਹਿ ਜਾਣੀ ਹੈ। ਉੱਧਰ ਮੇਰੇ ਮਾਪਿਆਂ ਨੇ ਜਿਉਂਦੇ ਜੀ ਮਰ ਜਾਣਾ ਹੈ ਤੇ ਸਾਡਾ ਸਮਾਜ ਉਹ ਵੀ ਤੇ ਔਰਤਾਂ ਤੋਂ ਹੀ ਉਂਗਲੀ ਚੱਕੇਗਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਮੈਂ ਮਨੋਜ ਤੋਂ ਬਿਨਾਂ ਰਹਿ ਲਵਾਂਗੀ? ਨਹੀਂ, ਮੈਂ ਮਨੋਜ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੇਰਾ ਬੇਟਾ ਉਸਨੂੰ ਵੀ। ਮਾਂ-ਬਾਪ ਦੋਨਾਂ ਦਾ ਪਿਆਰ ਚਾਹੀਦਾ ਹੈ। ਗੰਗਾ ਸਹਿਣਸ਼ੀਲ, ਸਾਊ ਤੇ ਸਮਝਦਾਰ ਤਾਂ ਸੀ, ਪਰ ਇੰਨਾ ਸਿਦਕ ਉਸ ਔਰਤ ਵਿੱਚ ਜਿਸਨੇ ਇੰਨੀ ਵੱਡੀ ਸੱਟ ਖਾ ਕੇ ਕਿਸੇ ਨੂੰ ਆਪਣੇ ਦਰਦ ਦੀ ਚੀਖ ਤੱਕ ਨਾ ਸੁਣਾਈ ਦੇਣ ਦਿੱਤੀ ਹੋਵੇ, ਇੰਨਾ ਵੱਡਾ ਗਮ ਇਹੋ ਕਿਵੇਂ ਪੀ ਰਹੀ ਸੀ? ਔਰਤ ਸਭ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਪਿਆਰ ਦਾ ਬਟਵਾਰਾ? ਗੰਗਾ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸੀ ਤੇ ਉਹ ਸੋਚ ਰਹੀ ਸੀ, ਨਾ ਮੈਂ ਮਰ ਸਕਦੀ ਹਾਂ ਨਾ ਤਲਾਕ ਦੇ ਸਕਦੀ ਹਾਂ। ਔਰਤ ਕਿੰਨੀ ਮਜਬੂਰ ਹੋ ਜਾਂਦੀ ਹੈ। ਜੇ ਕਿਧਰੇ ਕਿਸੇ ਔਰਤ ਦਾ ਸੰਬੰਧ ਕਿਸੇ ਗੈਰ ਮਰਦ ਨਾਲ ਹੋਵੇ ਤਾਂ ਇਹ ਸਮਾਜ ਉਸ ਨੂੰ ਗਲਤ ਕਹਿੰਦਾ ਹੈ, ਪਰ ਮਰਦਾਂ ਲਈ ਤਾਂ ਇਹ ਸਭ ਜਾਇਜ਼ ਹੈ। ਦੂਸਰੇ ਦਿਨ ਉਹ ਆਪਣੀ ਡਿਊਟੀ ਤੋਂ ਚਲੀ ਜਾਂਦੀ ਹੈ ਤੇ ਸੀਰਤ ਨੂੰ ਮਿਲ ਕੇ ਉਸ ਦਾ ਰੋਣਾ ਨਿਕਲ ਜਾਂਦਾ ਹੈ, ਪਰ ਆਪਣੇ ਪਤੀ ਨੂੰ ਉਹ ਬਦਨਾਮ ਨਹੀਂ ਕਰਨਾ ਚਾਹੁੰਦੀ, ਇਸ ਲਈ ਉਸ ਨੂੰ ਕੋਈ ਗੱਲ ਨਹੀਂ ਦੱਸਦੀ। ਉਹ ਸਿੰਮੀ ਨੂੰ ਫੋਨ ਕਰਦੀ ਹੈ। ਪਹਿਲਾਂ ਤਾਂ ਸਿੰਮੀ ਉਸ ਨਾਲ ਗਲਤ ਬੋਲਦੀ ਹੈ, ਪਰ ਜਦੋਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਜੇ ਮੈਂ ਚਾਹਾਂ ਤਾਂ ਤੇਰਾ ਤੇ ਤੇਰੇ ਘਰ ਵਾਲਿਆਂ ਦਾ ਜਲੂਸ ਕੱਢ ਸਕਦੀ ਹਾਂ, ਤੈਨੂੰ ਕੋਰਟ ਕਚਹਿਰੀ ਦਿਖਾ ਸਕਦੀ ਹਾਂ, ਸਿੰਮੀ ਥੋੜਾ ਡਰ ਗਈ ਤੇ ਕਹਿਣ ਲੱਗੀ, ਮੈਡਮ ਜੀ ਮੈਨੂੰ ਮਾਫ ਕਰ ਦਿਓ, ਗਲਤੀ ਤਾਂ ਮੈਂ ਕੀਤੀ ਹੈ। ਗੰਗਾ ਨੇ ਕਿਹਾ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਉਹਨਾਂ ਨੇ ਦੂਸਰੇ ਦਿਨ ਮਿਲਣ ਦਾ ਸਮਾਂ ਮਿੱਥ ਲਿਆ। ਦੂਸਰੇ ਦਿਨ ਗੰਗਾ ਸਿੰਮੀ ਨੂੰ ਮਿਲੀ ਤਾਂ ਗੰਗਾ ਨੇ ਉਸ ਨੂੰ ਕਿਹਾ ਕਿ ਮੈਂ ਮਨੋਜ ਤੇ ਕੇਸ ਕਰਨਾ ਹੈ, ਅਗਰ ਤੂੰ ਮੇਰਾ ਸਾਥ ਦੇਵੇਂਗੀ ਤਾਂ ਤੇਰਾ ਨਾਮ ਨਹੀਂ ਆਉਣ ਦਿੰਦੀ। ਸਿੰਮੀ ਡਰ ਗਈ ਸੀ। ਉਸਨੇ ਆਪਣੇ ਬਚਾਓ ਲਈ ਸਭ ਕੁਝ ਗੰਗਾ ਨੂੰ ਦੱਸ ਦਿੱਤਾ, ਲੇਕਿਨ ਗੰਗਾ ਨੂੰ ਪਤਾ ਨਹੀਂ ਕਿਉਂ ਹਜੇ ਵੀ ਇੰਜ ਲੱਗਦਾ ਸੀ ਕਿ ਇਹ ਸਭ ਕੁਝ ਝੂਠ ਹੈ। ਸਿੰਮੀ ਨੇ ਕਿਹਾ, ਮੈਡਮ ਮੈਂ ਤੁਹਾਡੇ ਸਾਹਮਣੇ ਮਨੋਜ ਨਾਲ ਫੋਨ ਤੇ ਗੱਲ ਕਰਦੀ ਹਾਂ, ਤੁਸੀਂ ਆਪ ਹੀ ਸਭ ਕੁਝ ਸੁਣ ਲਓ ਤੇ ਅਗਰ ਰਿਕਾਰਡ ਕਰਨਾ ਹੈ ਤਾਂ ਉਹ ਵੀ ਕਰ ਲਓ। ਸਿੰਮੀ ਨੇ ਮਨੋਜ ਨੂੰ ਫੋਨ ਲਗਾਇਆ। ਮਨੋਜ ਨੇ ਝੱਟ ਫੋਨ ਚੁੱਕ ਲਿਆ। ਸਿੰਮੀ ਨੇ ਕਿਹਾ,
ਮਨੋਜ, ਗੰਗਾ ਮੈਨੂੰ ਫੋਨ ਕਰਦੀ ਹੈ, ਮੈਂ ਕੀ ਕਰਾਂ? ਮਨੋਜ ਨੇ ਉਸਨੂੰ ਬੜੇ ਪਿਆਰ ਨਾਲ ਕਿਹਾ, ਮੇਰੀ ਜਾਨ, ਤੂੰ ਚਿੰਤਾ ਨਾ ਕਰ, ਤੂੰ ਬਸ ਉਸਦਾ ਫੋਨ ਨਹੀਂ ਚੁੱਕਣਾ। ਮੈਂ ਗੰਗਾ ਨੂੰ ਕਹਿ ਦਿੱਤਾ ਕਿ ਉਹ ਮੈਸੇਜ ਮੇਰੇ ਦੋਸਤ ਨੇ ਕੀਤੇ ਨੇ ਤੇ ਤੂੰ ਗੰਗਾ ਨੂੰ ਚੰਗੀ ਤਰ੍ਹਾਂ ਜਾਣਦੀ ਹੈ, ਉਸਨੇ ਕੁਝ ਵੀ ਨਹੀਂ ਕਰਨਾ। ਉਹ ਬਹੁਤ ਬੇਵਕੂਫ ਔਰਤ ਹੈ। ਮੈਂ ਕਈ ਵਾਰ ਤਾਂ ਉਸਨੂੰ ਬੁੱਧੂ ਬਣਾ ਕੇ, ਮੀਟਿੰਗ ਦਾ ਬਹਾਨਾ ਬਣਾ ਕੇ ਤੈਨੂੰ ਮਿਲਣ ਆਇਆ ਹਾਂ। ਗੰਗਾ ਇਹ ਸਭ ਕੁਝ ਸੁਣ ਰਹੀ ਸੀ ਤੇ ਪਛਤਾ ਰਹੀ ਸੀ ਕਿ ਇੱਕ ਪਤਨੀ ਜੋ ਆਪਣੇ ਪਤੀ ਨੂੰ ਬੇਇੰਤਹਾ ਪਿਆਰ ਕਰਦੀ ਹੈ ਤੇ ਉਸਦੀ ਹਰ ਗੱਲ ਨੂੰ ਸੱਚ ਮੰਨਦੀ ਹੈ, ਕਿ ਉਹ ਮੂਰਖ ਹੁੰਦੀ ਹੈ। ਸਿੰਮੀ ਬਹੁਤ ਚਲਾਕ ਕੁੜੀ ਹੈ। ਉਹ ਗੰਗਾ ਦੀਆਂ ਨਜ਼ਰਾਂ 'ਚ ਖੁਦ ਨੂੰ ਸਹੀ ਸਾਬਿਤ ਕਰਨ ਲਈ ਕਹਿੰਦੀ ਹੈ, ਮਨੋਜ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਸ਼ਾਦੀशुदा ਹੈ, ਤੂੰ ਮੇਰੇ ਪਿੱਛੇ ਨਾ ਆ। ਤੇਰੀ ਪਤਨੀ ਬਹੁਤ ਚੰਗੀ ਔਰਤ ਹੈ। ਮਨੋਜ ਕਹਿੰਦਾ ਹੈ, ਚੰਗੀ ਚੁੰਗੀ ਕੋਈ ਨਹੀਂ, ਉਸਦੇ ਮਾਂ-ਬਾਪ ਨੇ ਮੇਰੀ ਅਮੀਰੀ ਦੇਖ ਕੇ ਰਿਸ਼ਤਾ ਕੀਤਾ ਸੀ। ਇਹ ਗੱਲਾਂ ਗੰਗਾ ਦੀ ਬਰਦਾਸ਼ਤ ਤੋਂ ਬਾਹਰ ਸੀ, ਪਰ ਉਹ ਸਭ ਕੁਝ ਚੁੱਪਚਾਪ ਸੁਣ ਰਹੀ ਸੀ। ਹੁਣ ਸਿੰਮੀ ਨੇ ਕਿਹਾ, ਮਨੋਜ, ਤੂੰ ਮੇਰੀ ਖਾਤਰ ਗੰਗਾ ਨੂੰ ਤੇ ਆਪਣੇ ਪੁੱਤਰ ਨੂੰ ਛੱਡ ਸਕਦਾ ਹੈ? ਉਸਨੇ ਝਟ ਹਾਂ ਕਰ ਦਿੱਤੀ। ਗੰਗਾ ਅਦਮੋਈ ਜਹੀ ਇਹ ਸਭ ਸੁਣ ਰਹੀ ਸੀ ਤੇ ਆਪਣੇ ਫੋਨ ਤੇ ਰਿਕਾਰਡ ਕਰ ਰਹੀ ਸੀ। ਸਿੰਮੀ ਨੇ ਫੋਨ ਬੰਦ ਕਰ ਦਿੱਤਾ। ਹੁਣ ਗੰਗਾ ਨੇ ਸਿੰਮੀ ਨੂੰ ਕਿਹਾ, ਦੱਸ, ਸਾਡੀ ਜ਼ਿੰਦਗੀ ਚੋਂ ਦੂਰ ਜਾਣ ਲਈ ਤੈਨੂੰ ਕੀ ਚਾਹੀਦਾ ਹੈ? ਮੇਰੇ ਕੋਲ ਬਹੁਤ ਸਾਰਾ ਸੋਨਾ ਹੈ ਤੇ ਮੈਂ ਆਪਣੀ ਸਾਰੀ ਜਮ੍ਹਾਂ ਪੂੰਜੀ ਤੈਨੂੰ ਦੇਣ ਨੂੰ ਤਿਆਰ ਹਾਂ, ਪਰ ਤੂੰ ਸਾਰੀ ਜ਼ਿੰਦਗੀ ਚੋਂ ਕਿਤੇ ਦੂਰ ਚਲੀ ਜਾ। ਸਿੰਮੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਸਨੇ ਗੰਗਾ ਦੇ ਪੈਰ ਫੜ ਲਏ ਤੇ ਉਹ ਮਾਫੀ ਮੰਗਣ ਲੱਗੀ। ਮੈਡਮ ਜੀ, ਤੁਸੀਂ ਕੋਈ ਦੇਵੀ ਹੋ। ਇੰਨਾ ਕੁਝ ਆਪਣੇ ਕੰਨਾਂ ਨਾਲ ਸੁਣਨ ਤੋਂ ਬਾਅਦ ਵੀ ਤੁਸੀਂ ਇਹ ਇਨਸਾਨ ਲਈ ਮੈਨੂੰ ਮਾਫ ਕਰ ਦਿਓ। ਮੈਂ ਇੱਕ ਦੇਵੀ ਜਿਹੀ ਔਰਤ ਦਾ ਘਰ ਬਰਬਾਦ ਕਰ ਰਹੀ ਸੀ। ਪਤਾ ਨਹੀਂ ਇਸ ਦੀ ਸਜ਼ਾ ਮੈਨੂੰ ਕੀ ਮਿਲੇਗੀ। ਗੰਗਾ ਨੇ ਕਿਹਾ, ਸਿੰਮੀ, ਤੂੰ ਹਜੇ ਕੁਵਾਰੀ ਹੈ, ਤੈਨੂੰ ਨਹੀਂ ਪਤਾ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ। ਪਤਨੀ ਦੇ ਸਿਰ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ। ਦੋ ਪਰਿਵਾਰਾਂ ਦੀ ਇੱਜ਼ਤ ਉਸਦੇ ਹੱਥ ਹੁੰਦੀ ਹੈ। ਪਤਨੀ ਕਿਸੇ ਬਾਜ਼ਾਰੂ ਔਰਤ ਵਾਂਗ ਸਿਰਫ ਮਨ ਪਰਚਾਵੇ ਦੀ ਚੀਜ਼ ਨਹੀਂ ਹੁੰਦੀ। ਪਤਨੀ ਪਤੀ ਦੇ ਆਈ ਹਰ ਮੁਸੀਬਤ ਵਿੱਚ ਉਸਦੇ ਨਾਲ ਚਟਾਨ ਬਣ ਕੇ ਖੜੀ ਰਹਿੰਦੀ ਹੈ। ਉਹ ਤੇਰੇ ਵਰਗੀਆਂ ਕੁੜੀਆਂ ਵਾਂਗ ਆਪਣੇ ਬਚਾਓ ਲਈ ਆਪਣੇ ਪਤੀ ਦੀ ਇੱਜ਼ਤ ਨੂੰ ਮਿੱਟੀ 'ਚ ਨਹੀਂ ਮਿਲਣ ਦਿੰਦੀ। ਸਿੰਮੀ ਕਹਿੰਦੀ ਹੈ, ਮੈਡਮ, ਮੈਨੂੰ ਕੁਝ ਨਹੀਂ ਚਾਹੀਦਾ, ਤੁਸੀਂ ਬਸ ਮੈਨੂੰ ਮਾਫ ਕਰ ਦਿਓ। ਮੈਨੂੰ ਕਸਮ ਹੈ ਆਪਣੇ ਇਕਲੌਤੇ ਭਰਾ ਦੀ, ਮੈਂ ਤੁਹਾਡੀ ਜ਼ਿੰਦਗੀ 'ਚੋਂ ਦੂਰ ਚਲੀ ਜਾਵਾਂਗੀ। ਤੁਹਾਡਾ ਸਿਦਕ ਦੇਖ ਕੇ ਤਾਂ ਰੱਬ ਵੀ ਮਿਹਰਬਾਨ ਹੋ ਜਾਊ। ਸੱਚ ਮੈਡਮ ਜੀ, ਮੈਂ ਵਾਅਦਾ ਕਰਦੀ ਹਾਂ ਕਦੇ ਵੀ ਮਨੋਜ ਨਾਲ ਗੱਲ ਨਹੀਂ ਕਰਾਂਗੀ। ਗੰਗਾ ਵੱਡਾ ਸਾਰਾ ਜਿਗਰਾ ਕਰਕੇ ਘਰ ਚਲੀ ਜਾਂਦੀ ਹੈ। ਹੁਣ ਗੰਗਾ ਕੋਲ ਸਿੰਮੀ ਤੇ ਮਨੋਜ ਦੇ ਮੈਸੇਜ ਦੀਆਂ ਫੋਟੋ ਵੀ ਤੇ ਮਨੋਜ ਵੱਲੋਂ ਸਿੰਮੀ ਨੂੰ ਗੰਗਾ ਨੇ ਆਪਣੇ ਪੁੱਤਰ ਨੂੰ ਛੱਡਣ ਦੀਆਂ ਜੋ ਗੱਲਾਂ ਕਹੀਆਂ ਉਹਨਾਂ ਦੀ ਰਿਕਾਰਡਿੰਗ ਵੀ ਹੈ। ਅਗਰ ਗੰਗਾ ਚਾਹੇ ਤਾਂ ਮਨੋਜ ਨੂੰ ਸਜ਼ਾ ਦਿਵਾ ਸਕਦੀ ਹੈ। ਉਸਦੀ ਜਾਇਦਾਦ ਦਾ ਅੱਧ ਤੋਂ ਵੱਧ ਹਿੱਸੇ ਦੀ ਹੱਕਦਾਰ ਬਣ ਸਕਦੀ ਹੈ। ਲੇਕਿਨ ਗੰਗਾ ਆਪਣੇ ਘਰ ਨਹੀਂ ਤੋੜਨਾ ਚਾਹੁੰਦੀ। ਉਹ ਬਹੁਤ ਸੋਚਦੀ ਹੈ ਤੇ ਮਨੋਜ ਕੋਲ ਜਾਂਦੀ ਹੈ। ਉਸਨੂੰ ਕਹਿੰਦੀ ਹੈ, ਤੁਸੀਂ ਸਵੇਰੇ ਮੇਰੇ ਨਾਲ ਗੁਰਦੁਆਰੇ ਚੱਲੋਗੇ। ਮਨੋਜ ਨੇ ਕਿਹਾ, ਕਿਉਂ, ਤੂੰ ਪਾਠ ਤਾਂ ਘਰ ਹੀ ਕਰਦੀ ਹੈ ਰੋਜ਼। ਗੰਗਾ ਕਹਿੰਦੀ, ਨਹੀਂ ਮਨੋਜ, ਆਪਾਂ ਸਵੇਰੇ ਜਲਦੀ ਗੁਰਦੁਆਰੇ ਜਾਣਾ ਹੈ, ਜਦੋਂ ਕੋਈ ਵੀ ਨਹੀਂ ਆਇਆ ਹੁੰਦਾ ਉੱਥੇ। ਮਨੋਜ ਕੁਝ ਨਹੀਂ ਬੋਲਿਆ। ਸਵੇਰੇ 4 ਵਜੇ ਉੱਠ ਕੇ ਗੰਗਾ ਨਹਾ ਕੇ ਮਨੋਜ ਨੂੰ ਕਹਿਣ ਲੱਗੀ, ਚਲੋ ਮੇਰੇ ਨਾਲ, ਆਪਾਂ ਰੱਬ ਦੇ ਘਰ ਜਾਣਾ ਹੈ। ਮਨੋਜ ਨੇ ਮਨਾ ਕਰ ਦਿੱਤਾ, ਪਰ ਗੰਗਾ ਨੇ ਉਸਨੂੰ ਮਨਾ ਲਿਆ ਤੇ ਉਹ ਦੋਵੇਂ ਗੁਰਦੁਆਰੇ ਗਏ ਤੇ ਮੱਥਾ ਟੇਕਿਆ। ਉੱਥੇ ਗੰਗਾ ਨੇ ਮਨੋਜ ਨੂੰ ਕਿਹਾ, ਦੱਸੋ ਤੁਹਾਡੇ ਸਿੰਮੀ ਨਾਲ ਕੀ ਰਿਸ਼ਤਾ ਹੈ? ਮਨੋਜ ਕਹਿੰਦਾ, ਤੇਰਾ ਦਿਮਾਗ ਠੀਕ ਹੈ ਤੇ ਤੂੰ ਇੱਥੇ? ਹਾਂ, ਮੇਰਾ ਦਿਮਾਗ ਠੀਕ ਹੈ ਮਨੋਜ, ਅਸੀਂ ਰੱਬ ਦੇ ਘਰ ਖੜੇ ਹਾਂ, ਇੱਥੇ ਝੂਠ ਨਾ ਬੋਲਣਾ। ਮਨੋਜ ਨੇ ਕਿਹਾ, ਕੋਈ ਰਿਸ਼ਤਾ ਨਹੀਂ। ਗੰਗਾ ਨੇ ਆਪਣਾ ਫੋਨ ਤੋਂ ਉਹ ਸਾਰੀ ਰਿਕਾਰਡਿੰਗ ਮਨੋਜ ਨੂੰ ਸੁਣਾਈ। ਮਨੋਜ ਹੱਕਾ ਬੱਕਾ ਰਹਿ ਗਿਆ ਤੇ ਉਹ ਹੈਰਾਨ ਸੀ ਕਿ ਇੰਨੀ ਸੱਚਾਈ ਜਾਣਨ ਤੋਂ ਬਾਅਦ ਵੀ ਇਹ ਔਰਤ ਮੇਰੇ ਨਾਲ ਖੜੀ ਆ। ਕਿੰਨਾ ਵੱਡਾ ਜਿਗਰਾ ਹੈ ਇਸ ਦਾ ਤੇ ਇੰਨਾ ਸਿਦਕ ਇਸ ਵਿੱਚ ਕਿ ਇਸਨੇ ਮੈਨੂੰ ਜਲੀਲ ਕਰਨ ਦੀ ਥਾਂ ਗੁਰੂ ਘਰ ਆਉਣ ਨੂੰ ਕਿਹਾ। ਹੁਣ ਉਹ ਬਹੁਤ ਸ਼ਰਮਿੰਦਾ ਸੀ। ਗੰਗਾ ਦੀਆਂ ਅੱਖਾਂ 'ਚੋਂ ਅਥਰੂ ਵਹਿ ਰਹੇ ਸੀ। ਮਨੋਜ
ਸ਼ਰਮ ਨਾਲ ਮੂੰਹ ਨਹੀਂ ਸੀ ਚੁੱਕ ਰਿਹਾ। ਗੰਗਾ ਨੇ ਕਿਹਾ, ਮਨੋਜ, ਤੁਸੀਂ ਮੇਰੇ ਜੀਵਨ ਸਾਥੀ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਪਤਾ ਹੈ ਤੁਹਾਡੇ ਤੋਂ ਗਲਤੀ ਨਹੀਂ, ਪਾਪ ਹੋਇਆ ਹੈ, ਪਰ ਮਨੋਜ, ਮੈਂ ਤੁਹਾਨੂੰ ਇਸ ਦੀ ਕੋਈ ਸਜ਼ਾ ਨਹੀਂ ਦੇਣੀ। ਸਜ਼ਾ ਤਾਂ ਰੱਬ ਤੁਹਾਨੂੰ ਦੇ ਹੀ ਚੁੱਕਾ ਹੈ। ਤੁਹਾਡੀ ਅਸਲੀਅਤ ਮੇਰੇ ਸਾਹਮਣੇ ਆਪਣੇ ਆਪ ਆ ਗਈ। ਮਨੋਜ, ਸਿੰਮੀ ਆਪਣੀ ਗਲਤੀ ਮੰਨ ਚੁੱਕੀ ਹੈ। ਹਜੇ ਵੀ ਮੌਕਾ ਹੈ। ਅਸੀਂ ਆਪਣਾ ਘਰ ਬਚਾ ਸਕਦੇ ਹਾਂ ਤੇ ਜਿਵੇਂ ਪਹਿਲਾਂ ਸਾਡੀ ਜ਼ਿੰਦਗੀ 'ਚ ਖੁਸ਼ਹਾਲੀ ਸੀ। ਗੰਗਾ ਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਹਜੇ ਵੀ ਮਨੋਜ ਦਾ ਧਿਆਨ ਸਿੰਮੀ 'ਚ ਹੀ ਹੈ। ਗੰਗਾ ਬੋਲੀ, ਮਨੋਜ, ਅਗਰ ਤੁਸੀਂ ਸਿੰਮੀ ਨਾਲ ਖੁਸ਼ ਹੋ ਤਾਂ ਮੈਂ ਤੁਹਾਡੀ ਖੁਸ਼ੀ 'ਚ ਖੁਸ਼ ਹਾਂ, ਲੇਕਿਨ ਮਨੋਜ, ਮੈਂ ਤੁਹਾਨੂੰ ਨਹੀਂ ਛੱਡ ਸਕਦੀ ਤੇ ਮੇਰਾ ਪੁੱਤਰ, ਉਹ ਵੀ, ਤੇ ਆਪਣੇ ਪਾਪਾ। ਗੰਗਾ ਤੋਂ ਗੱਲ ਨਹੀਂ ਹੋ ਰਹੀ ਸੀ, ਉਸਦਾ ਗੱਚ ਭਰ ਰਿਹਾ ਹੈ। ਮਨੋਜ ਕਹਿੰਦਾ, ਗੰਗਾ ਬਸ ਕਰ, ਮੈਨੂੰ ਹੋਰ ਸ਼ਰਮਿੰਦਾ ਨਾ ਕਰ। ਮੈਂ ਤੇਰਾ ਗੁਨਾਹਗਾਰ ਹਾਂ, ਮੈਨੂੰ ਮਾਫ ਕਰ ਦੇ ਗੰਗਾ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੇਰੀ ਜਿਹੀ ਪਤਨੀ ਮਿਲੀ। ਮੈਂ ਭਟਕ ਗਿਆ ਸੀ ਗੰਗਾ। ਮਨੋਜ ਹੱਥ ਜੋੜਦਾ ਹੈ। ਗੰਗਾ, ਨਹੀਂ ਮਨੋਜ, ਤੁਸੀਂ ਮੇਰੇ ਪਤੀ ਪਰਮੇਸ਼ਵਰ ਹੋ। ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਮੇਰੇ ਲਈ ਇੰਨਾ ਹੀ ਕਾਫੀ ਹੈ। ਬਸ ਤੁਸੀਂ ਰੱਬ ਦੇ ਘਰ ਮੇਰੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਸਾਡੇ ਵਿੱਚ ਕੋਈ ਸਿੰਮੀ ਨਹੀਂ ਆਵੇਗੀ। ਮਨੋਜ ਕਹਿੰਦਾ ਹੈ, ਗੰਗਾ, ਮੈਂ ਗੁਰੂ ਘਰ ਦੀ ਕਸਮ ਖਾਨਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਿਸੇ ਪਰਾਈ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਾਂਗਾ ਤੇ ਮੇਰੀ ਦੇਵੀ ਜਿਹੀ ਪਤਨੀ ਨੂੰ, ਜਿਸਨੇ ਸਿਦਕ ਰੱਖ ਕੇ ਆਪਣੀ ਪਤੀ ਨੂੰ ਸਹੀ ਰਾਹ ਤੇ ਲਿਆਂਦਾ, ਉਸਦਾ ਸਾਥ ਮਰਦੇ ਦਮ ਤੱਕ ਨਹੀਂ ਛੱਡਾਂਗਾ। ਉਹ ਦੋਨੇ ਮੱਥਾ ਟੇਕਦੇ ਹਨ ਤੇ ਗੰਗਾ ਇਸ ਸਭ ਨੂੰ ਬੁਰੇ ਸੁਪਨੇ ਵਾਂਗ ਭੁਲਾ ਕੇ ਖੁਸ਼ੀ-ਖੁਸ਼ੀ ਆਪਣੇ ਘਰ ਚਲੀ ਜਾਂਦੀ ਹੈ ਤੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਤੇ ਮਨੋਜ ਉਸ ਮਾਲਿਕ ਦਾ ਧੰਨਵਾਦ ਕਰਦਾ ਹੈ ਕਿ ਉਸ ਪਰਮਾਤਮਾ ਨੇ ਉਸ ਦਾ ਘਰ ਵਸਦਾ ਰੱਖਿਆ। ਗੰਗਾ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਇੱਕ ਬੱਚੇ ਨੂੰ ਬਾਪ ਤੋਂ ਜੁਦਾ ਨਹੀਂ ਹੋਣ ਦਿੱਤਾ, ਆਪਣੇ ਸਹੁਰਿਆਂ ਦੀ ਇੱਜ਼ਤ ਨੂੰ ਰੁਲਣ ਨਹੀਂ ਦਿੱਤਾ, ਮਨੋਜ ਨੂੰ ਸਾਰਿਆਂ ਵਿੱਚ ਜਲੀਲ ਨਾ ਕਰਕੇ ਸਿੱਧੇ ਰਸਤੇ ਤੇ ਲੈ ਕੇ ਆਂਦਾ ਤੇ ਆਪਣੇ ਮਾਂ-ਬਾਪ ਦੀ ਨਜ਼ਰ ਵਿੱਚ ਮਨੋਜ ਨੂੰ ਗਿਰਨ ਨਹੀਂ ਦਿੱਤਾ। ਗੰਗਾ ਨੇ ਸਹਿਣਸ਼ੀਲਤਾ ਤੇ ਸਿਦਕ ਨਾਲ ਆਪਣੇ ਹੰਝੂਆਂ ਨੂੰ ਪੀ ਕੇ, ਆਪਣੇ ਦਰਦ ਨੂੰ ਸੀਨੇ 'ਚ ਛੁਪਾ ਕੇ, ਆਪਣੇ ਤੇ ਹੋਏ ਅਤਿਆਚਾਰਾਂ ਨੂੰ ਭੁੱਲ ਕੇ ਫਿਰ ਤੋਂ ਇੱਕ ਘਰ ਨੂੰ ਹੱਸਦਾ ਵਸਦਾ ਰੱਖ ਲਿਆ। ਧੰਨਵਾਦ।